सत श्री अकाल। दिमाग ज्ञान का केंद्र है ਅਤੇ ਹਿਰਦਾ ਪ੍ਰੇਮ ਦਾ ਕੇਂਦਰ ਹੈ। ਜੇਕਰ ਸਰੀਰ ਨੂੰ ਕੋਈ ਬਿਮਾਰੀ ਨਾ ਹੋਵੇ, ਸਿਰਫ ਇਹੀ ਤੰਦਰੁਸਤੀ ਨਹੀਂ ਹੈ। ਤੰਦਰੁਸਤੀ ਪੂਰੀ ਤਰ੍ਹਾਂ ਸਰੀਰਕ, ਮਾਨਸਿਕ, ਸਮਾਜਿਕ ਅਤੇ ਅਧਿਆਤਮਕ ਕਲਿਆਣ ਦੀ ਸਥਿਤੀ ਹੈ। ਇਸ ਪਰਿਭਾਸ਼ਾ ਨੂੰ ਨਜ਼ਰਅੰਦਾਜ਼ ਨਾ ਕਰਦੇ ਹੋਏ ਇਸ ਦੁਨੀਆ ਦਾ ਕੋਈ ਵੀ ਵਿਅਕਤੀ ਇਹ ਨਹੀਂ ਕਹਿ ਸਕਦਾ ਕਿ ਉਹ ਸੰਪੂਰਨ ਰੂਪ ਵਿੱਚ ਤੰਦਰੁਸਤ ਹੈ। ਜਦੋਂ ਇੱਕ ਬਹੁਤ ਗੰਭੀਰ ਰੂਪ ਵਿੱਚ ਬਿਮਾਰ ਵਿਅਕਤੀ ਨੂੰ ਹਸਪਤਾਲ ਵਿੱਚ ਲਿਆਇਆ ਜਾਂਦਾ ਹੈ ਤਾਂ ਡਾਕਟਰ ਅਤੇ ਨਰਸਾਂ ਉਸ ਨੂੰ ਬਚਾਉਣ ਦਾ ਪੂਰਾ ਯਤਨ ਕਰਦੇ ਹਨ, ਪਰ ਉਸ ਨੂੰ ਬਚਾਉਣ ਵਿੱਚ ਸਫਲ ਨਹੀਂ ਹੋ ਪਾਉਂਦੇ। ਮਰੀਜ਼ ਮਰ ਜਾਂਦਾ ਹੈ। ਡਾਕਟਰ ਉਸ ਦੇ ਮਿੱਤਰ ਸੰਬੰਧੀਆਂ ਨੂੰ ਹੱਥ ਜੋੜ ਕੇ ਮਾਫ਼ੀ ਮੰਗਦਾ ਹੈ ਅਤੇ ਕਹਿੰਦਾ ਹੈ, ਇਸ ਮੁਰਦੇ ਨੂੰ ਬਾਹਰ ਲਿਜਾਇਆ ਜਾ ਰਿਹਾ ਹੈ। ਵਿਅਕਤੀ ਮੌਤ ਦੇ ਮੁਰਦੇ ਵਿੱਚ ਕਿਸ ਤਰ੍ਹਾਂ ਬਦਲ ਗਿਆ? ਕਿਉਂਕਿ ਆਤਮਾ ਚਲੀ ਗਈ। ਕਈ ਵਾਰੀ ਸੰਬੰਧੀਆਂ ਦੀ ਸਹਿਮਤੀ ਨਾਲ ਮੁਰਦਾ ਦੇਹ ਵਿੱਚੋਂ ਦਿਲ, ਲਿਵਰ, ਕਿਡਨੀ ਆਦਿ ਅੰਗਾਂ ਨੂੰ ਨਿਕਾਲ ਕੇ ਕਿਸੇ ਜ਼ਰੂਰਤਮੰਦ ਵਿਅਕਤੀ ਲਈ ਵਰਤ ਲਏ ਜਾਂਦੇ ਹਨ ਤਾਂ ਦੂਸਰੇ ਸਰੀਰ ਵਿੱਚ ਇਹ ਅੰਗ ਕੰਮ ਕਰਨ ਲੱਗ ਪੈਂਦੇ ਹਨ, ਜਦੋਂ ਕਿ ਮੁਰਦੇ ਵਿੱਚ ਇਹ ਕੰਮ ਕਰਨਾ ਬੰਦ ਕਰ ਦਿੰਦੇ ਹਨ, ਕਿਉਂਕਿ ਆਤਮਾ ਮੁਰਦਾ ਦੇਹ ਨੂੰ ਛੱਡ ਗਈ ਹੁੰਦੀ ਹੈ। ਆਤਮਾ ਇੱਕ ਚੇਤਨ ਸ਼ਕਤੀ ਹੈ। ਇਸ ਨੂੰ ਇਹਨਾਂ ਦੋ ਅੱਖਾਂ ਨਾਲ ਨਹੀਂ ਦੇਖਿਆ ਜਾ ਸਕਦਾ, ਸਿਰਫ ਗਿਆਨ ਦੀਆਂ ਅੱਖਾਂ ਨਾਲ ਸਮਝਿਆ ਜਾ ਸਕਦਾ ਹੈ। ਆਤਮਾ ਸਰੀਰ ਦੀ ਮਾਲਕ ਹੈ। ਜਿਸ ਤਰ੍ਹਾਂ ਇੱਕ ਡਰਾਈਵਰ ਕਾਰ ਨੂੰ ਚਲਾਉਂਦਾ ਹੈ, ਜਦੋਂ ਕਾਰ ਵਿੱਚੋਂ ਡਰਾਈਵਰ ਬਾਹਰ ਨਿਕਲ ਗਿਆ ਤਾਂ ਕਾਰ ਆਪਣੇ ਆਪ ਨਹੀਂ ਚੱਲ ਸਕਦੀ। ਇਸ ਤਰ੍ਹਾਂ ਜਦੋਂ ਆਤਮਾ ਸਰੀਰ ਵਿੱਚ ਹੈ ਤਾਂ ਸਭ ਅੰਗ ਕੰਮ ਕਰਦੇ ਹਨ, ਪਰ ਜਦੋਂ ਆਤਮਾ ਸਰੀਰ ਦਾ ਤਿਆਗ ਕਰ ਦਿੰਦੀ ਹੈ ਤਾਂ ਸਾਰੇ ਅੰਗ ਕੰਮ ਕਰਨਾ ਬੰਦ ਕਰ ਦਿੰਦੇ ਹਨ। ਜਿਸ ਤਰ੍ਹਾਂ ਬਿਜਲੀ ਚਲੇ ਜਾਣ ਬਾਅਦ ਫਰਿੱਜ, ਸਟੋਵ, ਪੱਖਾ, ਅਵਨ ਸਭ ਕੰਮ ਕਰਨਾ ਬੰਦ ਕਰ ਦਿੰਦੇ ਹਨ। ਜਿਸ ਤਰ੍ਹਾਂ ਸ਼ੀਤਲਤਾ ਪਾਣੀ ਦਾ ਗੁਣ ਹੈ। ਪਾਣੀ ਠੰਡਾ ਹੀ ਹੁੰਦਾ ਹੈ, ਪਰ ਜੇ ਪਾਣੀ ਨੂੰ ਗਰਮ ਕਰ ਦਿੱਤਾ ਜਾਵੇ ਤਾਂ ਕਈਆਂ ਨੂੰ ਜਲਾ ਸਕਦਾ ਹੈ, ਅਤੇ ਜੇ ਕੁਝ ਘੰਟੇ ਲਈ ਛੱਡ ਦਿੱਤਾ ਜਾਵੇ ਤਾਂ ਮੁੜ ਕੇ ਫਿਰ ਆਪਣੇ ਮੁੱਢਲੇ ਗੁਣ ਵਿੱਚ ਆ ਜਾਂਦਾ ਹੈ, ਠੰਡਾ ਹੋ ਜਾਂਦਾ ਹੈ। ਇਸੇ ਤਰ੍ਹਾਂ ਆਤਮਾ ਦਾ ਵੀ ਸੱਚਾ ਗੁਣ ਹੈ ਸ਼ਾਂਤ ਸਰੂਪ ਰਹਿਣਾ, ਪਰ ਜਦੋਂ ਬਾਹਰ ਜਾਂ ਆਂਤਰਿਕ ਕਾਰਨਾਂ ਕਰਕੇ ਇਹ ਗਰਮ, ਕ੍ਰੋਧਿਤ ਹੋ ਜਾਵੇ ਤਾਂ ਆਪਣੇ ਆਪ ਨੂੰ ਅਤੇ ਦੂਸਰਿਆਂ ਨੂੰ ਵੀ ਹਾਨੀ ਪਹੁੰਚਾ ਸਕਦੀ ਹੈ, ਅਤੇ ਕੁਝ ਸਮੇਂ ਬਾਅਦ ਆਪਣੇ ਸੱਚੇ ਗੁਣ ਸ਼ਾਂਤ ਸਰੂਪ ਦੀ ਸਥਿਤੀ ਵਿੱਚ ਆ ਜਾਂਦੀ ਹੈ। ਦਿਮਾਗ ਗਿਆਨ ਦਾ ਕੇਂਦਰ ਹੈ ਅਤੇ ਹਿਰਦਾ ਪ੍ਰੇਮ ਦਾ ਕੇਂਦਰ ਹੈ। ਨੈਗੇਟਿਵ ਵਿਚਾਰ, ਨੈਗੇਟਿਵ ਪਰਸਨੈਲਿਟੀ, ਅਕੇਲਾਪਨ, ਕਿਸੇ ਨਾਲ ਦੁਸ਼ਮਣੀ, ਡਰ, ਕ੍ਰੋਧ, ਸਮਾਜਿਕ ਵਿਵਹਾਰ ਵਿੱਚ ਕਮੀ, ਪ੍ਰੇਮ ਦੀ ਕਮੀ ਅਤੇ ਸੁਰੱਖਿਆ ਦੀ ਕਮੀ ਦੇ ਕਾਰਨ ਹਿਰਦੇ ਵਿੱਚ ਪ੍ਰੇਮ ਦਾ ਪ੍ਰਵਾਹ ਘਟ ਜਾਂਦਾ ਹੈ, ਜਿਸ ਦੇ ਨਾਲ ਗੰਭੀਰ ਦਿਲ ਦੇ ਰੋਗ ਪੈਦਾ ਹੁੰਦੇ ਹਨ। ਜੋ ਵੀ ਆਤਮਾ ਮਹਿਸੂਸ ਕਰਦੀ ਹੈ ਉਸ ਰਾਹੀਂ ਹਿਰਦੇ ਵਿੱਚ ਪ੍ਰੇਮ ਪ੍ਰਵਾਹ ਹੁੰਦਾ ਹੈ। ਇਸੇ ਤਰ੍ਹਾਂ ਹੋਰ ਅੰਗ ਪ੍ਰਣਾਲੀਆਂ ਵਿੱਚ ਵੀ ਉਹਨਾਂ ਪ੍ਰਣਾਲੀਆਂ ਦੇ ਵਿਕਾਸ ਅਤੇ ਪਾਲਣਾ ਅਤੇ ਐਕਸਰਸਾਈਜ਼ ਨਾ ਹੋਣ ਕਰਕੇ ਬਿਮਾਰੀਆਂ ਪੈਦਾ ਹੋ ਜਾਂਦੀਆਂ ਹਨ। ਮਨ ਆਤਮਾ ਦੀ ਵਿਚਾਰ ਸ਼ਕਤੀ ਦੇ 4 ਅੰਗ ਹਨ: ਸੰਕਲਪ, ਭਾਵਨਾਵਾਂ, ਦ੍ਰਿਸ਼ਟੀਕੋਣ, ਸਮ੍ਰਿਤੀਆਂ। ਇਹ ਆਤਮਾ ਦੀ ਮਾਨਸਿਕ ਸ਼ਕਤੀ ਹੈ। ਇਹ ਮਾਨਸਿਕ ਸ਼ਕਤੀ ਪ੍ਰਕਾਸ਼ ਦਾ ਘੇਰਾ ਨਿਰਮਾਣ ਕਰਦੀ ਹੈ। ਆਤਮਾ ਆਪਣੀ ਮਾਨਸਿਕ ਸ਼ਕਤੀ ਦੀਆਂ ਤਰੰਗਾਂ ਦਿਮਾਗ ਦੇ ਸਾਰੇ ਕੇਂਦਰਾਂ ਤੱਕ ਪਹੁੰਚਾਉਂਦੀ ਹੈ। ਜਿਸ ਤਰ੍ਹਾਂ ਵਿਚਾਰ ਕੇਂਦਰ, ਭਾਵਨਾ ਅਤੇ ਦ੍ਰਿਸ਼ਟੀਕੋਣ ਦਾ ਕੇਂਦਰ, ਸਮ੍ਰਿਤੀ ਕੇਂਦਰ, ਇਹ ਸਭ ਕੇਂਦਰ ਆਤਮਾ ਦੇ ਬਹੁਤ ਨਜ਼ਦੀਕ ਹਨ। ਮਨ ਜਦੋਂ ਨੈਗੇਟਿਵ ਸੋਚਦਾ ਹੈ ਤਾਂ ਅੰਦਰ ਖਰਾਬ ਰਸ ਪੈਦਾ ਹੁੰਦਾ ਹੈ। ਫਿਰ ਆਤਮਾ ਦੀਆਂ ਸ਼ਕਤੀਆਂ ਸਾਰੇ ਅੰਗਾਂ ਤੱਕ ਨਹੀਂ ਪਹੁੰਚ ਸਕਦੀਆਂ। ਅੰਗਾਂ ਵਿੱਚ ਬਲੌਕੇਜ ਹੋ ਜਾਂਦੇ ਹਨ, ਅਤੇ ਜਿਸ ਅੰਗ ਤੱਕ ਇਹ ਸ਼ਕਤੀ ਨਹੀਂ ਪਹੁੰਚੇਗੀ ਉਹ ਬਿਮਾਰੀ ਦੀ ਲਪੇਟ ਵਿੱਚ ਆ ਜਾਂਦਾ ਹੈ। ਜਿਹੜੇ ਅੰਗ ਵਿੱਚ ਦਰਦ ਹੁੰਦਾ ਹੈ ਇਹ ਸਾਡੇ ਚਾਰੇ ਪਾਸੇ ਦੇ ਵਾਤਾਵਰਨ, ਪਰਿਵਾਰਕ ਸੰਬੰਧਾਂ 'ਤੇ ਵੀ ਨਿਰਭਰ ਕਰਦਾ ਹੈ, ਅਤੇ ਕਈ ਵਾਰੀ ਇਹ ਸਾਡੇ ਪਿਛਲੇ ਜਨਮਾਂ ਦੇ ਚੰਗੇ ਜਾਂ ਬੁਰੇ ਕਰਮ ਹੁੰਦੇ ਹਨ। ਬੁਰੇ ਕਰਮ ਅਧਿਆਤਮਕ ਸ਼ਕਤੀ ਨੂੰ ਨਸ਼ਟ ਕਰ ਦਿੰਦੇ ਹਨ ਅਤੇ ਚੰਗੇ ਕੰਮ ਇਸ ਵਿੱਚ ਸ਼ਕਤੀ ਦਾ ਵਾਧਾ ਕਰਦੇ ਹਨ। ਜਿਹੜੇ ਅੰਗ ਪਾਪ ਕਰਮ ਕਰਦੇ ਹਨ ਉਹਨਾਂ ਵਿੱਚ ਪ੍ਰੇਰਨਾਕਾਰੀ ਅਧਿਆਤਮਕ ਸ਼ਕਤੀ ਦਾ ਪ੍ਰਵਾਹ
ਘਟ ਜਾਂਦਾ ਹੈ ਅਤੇ ਫਿਰ ਸਮਾਂ ਆਉਂਦਾ ਹੈ ਉਸ ਅੰਗ ਵਿੱਚ ਕੋਈ ਨਾ ਕੋਈ ਰੋਗ ਲੱਗ ਜਾਂਦਾ ਹੈ। ਅਤੇ ਦੂਸਰੀ ਤਰਫ ਜੋ ਵਿਅਕਤੀ ਜ਼ਿਆਦਾ ਸਮਾਂ ਪੋਜ਼ਿਟਿਵ ਸੋਚਦਾ ਹੈ ਉਸ ਦੇ ਚਾਰੇ ਪਾਸੇ ਪ੍ਰਕਾਸ਼ ਦਾ ਘੇਰਾ ਰਹਿੰਦਾ ਹੈ। ਇਸ ਤਰ੍ਹਾਂ ਦੇ ਵਿਅਕਤੀ ਨੂੰ ਸਭ ਪਸੰਦ ਕਰਦੇ ਹਨ ਅਤੇ ਉਹ ਸੁੱਖ, ਸ਼ਾਂਤੀ, ਸ਼ਕਤੀ, ਪਿਆਰ, ਪਵਿੱਤਰਤਾ, ਗਿਆਨ ਅਤੇ ਖੁਸ਼ੀ ਦੀਆਂ ਕਿਰਨਾਂ ਚਾਰੇ ਪਾਸੇ ਫੈਲਾਉਂਦਾ ਹੈ। ਦੂਸਰੇ ਲੋਕ ਜੋ ਉਸ ਦੇ ਸੰਪਰਕ ਵਿੱਚ ਆਉਂਦੇ ਹਨ ਇਹਨਾਂ ਸ਼ਕਤੀਆਂ ਦੇ ਸੁਖਕਾਰੀ ਪ੍ਰਭਾਵ ਆਪਣੇ ਉੱਪਰ ਵੀ ਮਹਿਸੂਸ ਕਰਦੇ ਹਨ। ਪੋਜ਼ਿਟਿਵ ਮਾਨਸਿਕ ਸ਼ਕਤੀ ਨਾਲ ਸਰੀਰ ਦੇ ਬਲੌਕੇਜ ਖੁੱਲ੍ਹ ਜਾਂਦੇ ਹਨ ਅਤੇ ਸਰੀਰ ਦੇ ਦਰਦ ਵਾਲੇ ਅੰਗਾਂ ਨੂੰ ਆਤਮਾ ਦੀ ਸ਼ਕਤੀ ਪਹੁੰਚਦੀ ਹੈ ਅਤੇ ਬਿਮਾਰੀ ਤੋਂ ਛੇਤੀ ਹੀ ਮੁਕਤੀ ਮਿਲ ਜਾਂਦੀ ਹੈ। ਮਨ ਅਤੇ ਤਨ ਦਾ ਬਹੁਤ ਗੂੜ੍ਹਾ ਸੰਬੰਧ ਹੈ। ਵਿਚਾਰ ਸਿਰਫ ਵਾਈਬ੍ਰੇਸ਼ਨ ਹੀ ਨਹੀਂ ਹਨ, ਮਸਤਕ ਵਿੱਚ ਪੈਦਾ ਹੋਣ ਵਾਲੇ ਰਸਾਇਣ ਹਨ। ਵਿਗਿਆਨ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਮਨ ਦੇ ਵਿਚਾਰ ਰਸਾਇਣਿਕ ਤੱਤ ਵਿੱਚ ਬਦਲ ਜਾਂਦੇ ਹਨ ਜਿਸ ਨੂੰ ਨਿਊਰੋਪੈਪਟਾਈਡ ਕਿਹਾ ਜਾਂਦਾ ਹੈ। ਇਸ ਦੀ ਰਸਾਇਣਿਕ ਤੌਰ 'ਤੇ ਪਹਿਚਾਣ ਕਰ ਲਈ ਗਈ ਹੈ। ਇਹ ਨਿਊਰੋਪੈਪਟਾਈਡਸ ਖੂਨ ਦੇ ਨਾਲ ਸਰੀਰ ਦੇ ਹਰ ਸੈੱਲ ਤੱਕ ਜਾਂਦੇ ਹਨ ਅਤੇ ਸਰੀਰ ਦਾ ਹਰ ਸੈੱਲ ਇਸ ਨੂੰ ਸਵੀਕਾਰ ਕਰਦਾ ਹੈ। ਸਰੀਰ ਵਿੱਚ 50 ਤੋਂ 70 ਟ੍ਰਿਲੀਅਨ ਸੈੱਲ ਹਨ। ਇਹ ਨਿਊਰੋਪੈਪਟਾਈਡਸ ਮਸਤਕ ਦੀ ਤਰਫ ਤੋਂ ਸੁਨੇਹਾ ਦੇਣ ਦਾ ਕੰਮ ਕਰਦੇ ਹਨ ਅਤੇ ਹਰ ਸੈੱਲ ਨੂੰ ਇਸ ਦਾ ਸੁਨੇਹਾ ਮੰਨਣਾ ਪੈਂਦਾ ਹੈ। ਇਸ ਤਰ੍ਹਾਂ ਨਿਊਰੋਪੈਪਟਾਈਡਸ ਦੇ ਦੁਆਰਾ ਮਸਤਕ ਹਰ ਸਰੀਰ ਦੇ ਸੈੱਲ ਨਾਲ ਗੱਲ ਕਰਦਾ ਹੈ ਅਤੇ ਸਰੀਰ ਦੇ ਸੈੱਲ ਵੀ ਇੱਕ ਦੂਸਰੇ ਨਾਲ ਗੱਲਾਂ ਕਰਦੇ ਹਨ। ਮਨ ਵਿੱਚ ਕਿਹਨਾਂ ਗੱਲਾਂ ਦੇ ਵਿਚਾਰ ਭਰੇ ਹਨ ਉਹਨਾਂ ਦੇ ਪ੍ਰਭਾਵ ਤੋਂ ਸਰੀਰ ਬਚ ਨਹੀਂ ਸਕਦਾ। ਜੇਕਰ ਮਨ ਵਿੱਚ ਨੈਗੇਟਿਵ ਹੈ ਤਾਂ ਨੈਗੇਟਿਵ ਨਿਊਰੋਪੈਪਟਾਈਡਸ ਪੈਦਾ ਹੁੰਦੇ ਹਨ। ਉਹ ਸਰੀਰ ਦੇ ਹਰ ਸੈੱਲ ਤੱਕ ਜਾਂਦੇ ਹਨ ਜਾਂ ਇਹਨਾਂ ਕਰਕੇ ਜਿਹੜਾ ਅੰਗ ਦਰਦ ਕਰਦਾ ਹੈ ਅਤੇ ਕਈ ਤਰ੍ਹਾਂ ਦੇ ਤਣਾਅ ਹਾਰਮੋਨਸ ਦਾ ਪ੍ਰਭਾਵ ਵੱਧ ਜਾਂਦਾ ਹੈ ਅਤੇ ਬਿਮਾਰੀਆਂ ਦਾ ਕਾਰਨ ਬਣਦੇ ਹਨ ਅਤੇ ਸਰੀਰ ਦੀ ਸ਼ਕਤੀ ਨੂੰ ਜਲਾ ਦਿੰਦੇ ਹਨ। ਅਤੇ ਦੂਸਰੀ ਤਰਫ ਜਦੋਂ ਅਸੀਂ ਪੋਜ਼ਿਟਿਵ ਵਿਚਾਰ ਪੈਦਾ ਕਰਦੇ ਹਾਂ ਸ਼ਕਤੀਸ਼ਾਲੀ ਰਸਾਇਣ ਪੈਦਾ ਹੁੰਦੇ ਹਨ। ਉਹ ਸਾਨੂੰ ਪ੍ਰਸੰਨਤਾ ਅਤੇ ਤੰਦਰੁਸਤੀ ਵੱਲ ਲੈ ਜਾਂਦੇ ਹਨ, ਸ਼ਕਤੀ ਜਮ੍ਹਾਂ ਕਰਦੇ ਹਨ। ਬੁੱਧੀ ਨਿਰਣਾ ਸ਼ਕਤੀ ਹੈ। ਮੈਡੀਟੇਸ਼ਨ ਨਾਲ ਬੁੱਧੀ ਜੁਗਤ ਬਣ ਜਾਂਦੀ ਹੈ ਅਤੇ ਅਸੀਂ ਸੱਚੇ ਸੁੱਚੇ ਡਿਸੀਜ਼ਨ ਲੈਣ ਦੇ ਕਾਬਿਲ ਬਣ ਜਾਂਦੇ ਹਾਂ। ਅੱਜ ਦੀ ਕਹਾਣੀ ਹੈ, ਇੱਕ ਯੁਵਕ ਕਿਸੇ ਸੰਨਿਆਸੀ ਕੋਲ ਗਿਆ ਅਤੇ ਕਿਹਾ, ਮਹਾਰਾਜ ਜੀ ਮੈਂ ਬਹੁਤ ਪਰੇਸ਼ਾਨ ਹਾਂ। ਕੀ ਪਰੇਸ਼ਾਨੀ ਹੈ? ਮਹਾਤਮਾ ਨੇ ਪੁੱਛਿਆ। ਮਨ ਬਹੁਤ ਭਟਕਦਾ ਹੈ, ਇਸ ਕਰਕੇ ਮੇਰੇ ਮਨ ਦੀ ਸ਼ਕਤੀ ਪੂਰੀ ਤਰ੍ਹਾਂ ਭੰਗ ਹੋ ਚੁੱਕੀ ਹੈ। ਤੁਸੀਂ ਕੋਈ ਉਪਾਅ ਦੱਸੋ। ਮਹਾਤਮਾ ਨੇ ਉਸ ਯੁਵਕ ਨੂੰ ਮਨ ਦੀ ਅਸ਼ਾਂਤੀ ਅਤੇ ਚੰਚਲਤਾ ਨੂੰ ਖਤਮ ਕਰਨ ਦਾ ਕੋਈ ਉਪਾਅ ਨਹੀਂ ਦੱਸਿਆ। ਉਸ ਨੂੰ ਕਿਹਾ, ਤੁਸੀਂ ਮੇਰੇ ਨਾਲ ਪਾਣੀ ਵਾਲੇ ਖੂਹ 'ਤੇ ਚੱਲੋ। ਯੁਵਕ ਮਹਾਤਮਾ ਦੇ ਨਾਲ ਖੂਹ 'ਤੇ ਚਲਾ ਗਿਆ। ਖੂਹ 'ਤੇ ਪਹੁੰਚ ਕੇ ਉਸਨੇ ਦੇਖਿਆ ਉੱਥੇ ਇਸਤਰੀਆਂ ਪਾਣੀ ਦੇ ਘੜੇ ਭਰ ਰਹੀਆਂ ਸਨ। ਜੋ ਇਸਤਰੀਆਂ ਪਾਣੀ ਭਰ ਚੁੱਕੀਆਂ ਸਨ ਉਹ ਆਪਣੇ ਘੜੇ ਸਿਰ ਉੱਪਰ ਰੱਖ ਕੇ ਘਰ ਨੂੰ ਜਾ ਰਹੀਆਂ ਸਨ। ਸੰਨਿਆਸੀ ਨੇ ਯੁਵਕ ਨੂੰ ਕਿਹਾ, ਤੁਸੀਂ ਇਸਤਰੀਆਂ ਨੂੰ ਪਾਣੀ ਨਾਲ ਭਰੇ ਹੋਏ ਘੜੇ ਆਪਣੇ ਸਿਰ ਪਰ ਰੱਖੇ ਹੋਏ ਦੇਖ ਰਹੇ ਹੋ? ਹਾਂ ਮਹਾਰਾਜ। ਸੰਨਿਆਸੀ ਨੇ ਪੁੱਛਿਆ, ਕੋਈ ਹੈਰਾਨੀ ਵਾਲੀ ਗੱਲ ਤੈਨੂੰ ਨਜ਼ਰ ਆ ਰਹੀ ਹੈ? ਹੈਰਾਨੀ ਵਾਲੀ ਗੱਲ ਤਾਂ ਕੋਈ ਨਹੀਂ, ਪਰ ਸਿਰ ਉੱਪਰ ਇੰਨੇ ਭਾਰੇ ਘੜੇ ਰੱਖੇ ਹੋਏ ਵੀ ਇਹ ਮਸਤੀ ਵਿੱਚ ਗੱਲਾਂ ਕਰਦੀਆਂ ਜਾ ਰਹੀਆਂ ਹਨ। ਇਹਨਾਂ ਦਾ ਸੰਤੁਲਨ ਤਾਂ ਸਲਾਹੁਣਯੋਗ ਹੈ। ਇਹ ਗੱਲ ਹੀ ਤੁਹਾਡੀ ਸਮੱਸਿਆ ਦਾ ਹੱਲ ਹੈ। ਤੁਸੀਂ ਵੀ ਇਹ ਸੰਤੁਲਨ ਬਣਾਉਣਾ ਸਿੱਖ ਲਵੋ। ਸਿਰ ਉੱਪਰ ਰੱਖਿਆ ਘੜਿਆਂ ਨੂੰ ਇਹ ਇਸਤਰੀਆਂ ਹਰ ਸਮੇਂ ਸਮ੍ਰਿਤੀ ਵਿੱਚ ਰੱਖਦੀਆਂ ਹਨ, ਆਪਸ ਵਿੱਚ ਗੱਲਾਂ ਕਰ ਰਹੀਆਂ ਹਨ, ਪਰ ਮਨ ਹਰ ਸਮੇਂ ਘੜੇ ਦੇ ਸੰਤੁਲਨ 'ਤੇ ਰਹਿੰਦਾ ਹੈ। ਇਸੇ ਤਰ੍ਹਾਂ ਹਰ ਕੰਮ ਨੂੰ ਹੱਥਾਂ ਪੈਰਾਂ ਨਾਲ ਕਰਨਾ ਹੈ। ਹੱਥ ਪਾਉ ਸੇ ਕੰਮ ਕਰ ਚੀਤ ਨਿਰੰਜਨ ਨਾਲ। ਪਰ ਮਨ ਆਤਮਾ ਦੇ ਪਿਤਾ ਪਰਮਾਤਮਾ ਦੀ ਯਾਦ ਵਿੱਚ ਜੋੜਨਾ ਹੈ। ਫਿਰ ਮਨ ਕਦੇ ਨਹੀਂ ਭਟਕੇਗਾ। ਸਤਿ ਸ੍ਰੀ ਅਕਾਲ।